ਜੇਕਰ ਆਜ਼ਾਦ ਲੜਨ ਦੀ ਗੱਲ ਕੀਤੀ ਤੇ ਪੱਪੂ ਮਾਜਨ ਲਗਾਤਾਰ ਚੈਲੰਜ ਕਰ ਰਹੇ ਆ ਅਨਿਲ ਜੋਸ਼ੀ ਨੂੰ ਕਿ ਆਜ਼ਾਦ ਲੜਨ, ਜੇ ਆਜ਼ਾਦ ਉਹ ਜਿੱਤ ਜਾਣ ਤੇ ਮੈਂ ਰਾਜਨੀਤਿਕ ਇਤਿਹਾਸ ਦੇ ਵਿੱਚ ਕਦੀ ਵੀ ਰਾਜਨੀਤੀ ਨਹੀਂ ਕਰਾਂਗਾ। ਮੈਂ ਕਿਹਾ ਅਨਿਲ ਜੋਸ਼ੀ, ਪੱਪੂ ਮਹਾਜਨ ਕਹਿੰਦਾ ਨਾ ਜਿੱਤਣ ਤੇ ਮੈਂ ਰਾਜਨੀਤੀ ਛੱਡ ਦੂੰਗਾ। ਜੇ ਨਾ ਜਿੱਤਣਗੇ ਨਾ ਅਨਿਲ ਜੋਸ਼ੀ, ਤੇ ਮੈਂ ਪੱਪੂ ਮਹਾਜਨ ਨੂੰ ਚੈਲੰਜ ਕਰਦਾ ਕਿ ਮੈਂ ਆਪਣੀ ਰਾਜਨੀਤੀ ਵੀ ਛੱਡ ਦੂੰਗਾ। ਮੇਰੀ ਜਿੰਨੀ ਜਾਇਦਾਦ ਆ, ਪੈਲੀ ਆ, ਮੇਰੀਆਂ ਕੋਠੀਆਂ, ਮੈਂ ਸਾਰੀਆਂ ਇਹਦੇ ਨਾਲ ਲਵਾ ਦੂੰਗਾ, ਭਾਵੇਂ ਮੇਰੇ ਕੋਲ ਹੁਣੇ ਐਫੀਡੇਵਿਟ ਲਗਾ ਦੇ। ਪਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਹੈਗੇ, ਅਸੀਂ ਹਾਂ ਅਨਿਲ ਜੋਸ਼ੀ ਦੇ ਨਾਲ। ਔਰ ਜਿਹੜੇ ਅੱਜ ਗਲਤ ਮਲਤ ਬੋਲਦੇ ਆ, ਮੈਂ ਤਾਂ ਇਹ ਕਹੂੰਗਾ ਉੱਤੇ ਭੌਂਕਦੇ ਆ, ਉਹ ਆਪਣੇ ਅੰਦਰ ਝਾਕਣ। ਮੈਂ ਤਾਂ ਸਿੱਧਾ ਸਿੱਧਾ ਨਾਂ ਲਾਉਂਗਾ ਪੱਪੂ ਮਹਾਜਨ ਦਾ। ਪੱਪੂ ਮਹਾਜਨ ਕੀ ਸੀ? ਇੱਕ 5 ਫੁੱਟ ਦੀ ਦੁਕਾਨ ਸੀ ਔਰ ਲਿਫਾਫਿਆਂ ਦੀ, ਉਹ ਵੀ, ਤੇ ਲਿਫਾਫੇ ਇੱਕ ਇੱਕ ਕਰਕੇ ਵੇਚਦਾ ਸੀ। ਅੱਜ ਕਿੱਥੋਂ ਫੈਕਟਰੀਆਂ ਲੱਗ ਗਈਆਂ? ਅੱਜ ਕਿੱਥੋਂ ਉਹਨਾਂ ਦੇ ਕੋਲ ਇੰਨਾ ਪੈਸਾ ਆ ਗਿਆ? ਅੱਜ ਕਿੱਥੋਂ ਇੰਨੀਆਂ ਗੱਡੀਆਂ ਆ ਗਈਆਂ? ਅਨਿਲ ਜੋਸ਼ੀ ਉਹਨਾਂ ਨੂੰ ਤੇ ਵਿਕਾਸ ਪੁਰਸ਼ ਕਿਹਾ ਜਾਂਦਾ ਸੀ, ਫਿਰ ਉਹਨਾਂ ਨੂੰ ਕਿਉਂ ਹਾਰਨ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਉਹਨਾਂ ਦੀ ਆਪਣੀ ਟੀਮ ਜਿਹੜੀ ਹੁੰਦੀ ਹੈ, ਆਪਣੇ ਹੱਥ ਹੁੰਦੇ ਆ, ਉਹ ਕਾਉਂਸਲਰ ਹੁੰਦੇ ਆ। ਕਿਹੜੇ ਕਾਉਂਸਲਰ ਸੀਗੇ ਜਿਹੜੇ ਉਹਨਾਂ ਦੇ ਵਿਰੋਧ ਤੇ ਚੱਲੇ, ਜਾਂ ਕਿਹੜੇ ਬੀਜੇਪੀ ਦੇ ਲੀਡਰ ਸੀ ਜਿਨ੍ਹਾਂ ਨੇ ਉਹਦੇ ਹਾਰ ਦਾ ਮੁੱਖ ਕਾਰਨ ਗਿਣਿਆ ਗਿਆ? ਜਿਹੜੇ ਕੁਛ ਚਿਹਰੇ ਹੁੰਦੇ ਆ ਨਾ, ਜਿਹੜੇ ਨਾਲ ਰਹਿ ਕੇ, ਜਿਹੜੇ ਸਾਹਮਣੇ ਹੁੰਦੇ ਆ, ਉਹਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਇਲੈਕਸ਼ਨ ਲੜਦੇ ਆ। ਜਿਹੜੇ ਨਾਲ ਚੱਲ ਕੇ ਪਿੱਠ 'ਚ ਛੁਰਾ ਮਾਰਦੇ ਆ, ਸਭ ਨੂੰ ਮਾੜੇ ਉਹ ਹੁੰਦੇ ਆ। ਸਾਡੇ 3 ਕੌਂਸਲਰ 4 ਦੇ ਲਗਭਗ ਸਾਨੂੰ ਜਿਹੜਾ ਛੁਰਾ ਮਾਰਿਆ, ਮੈਂ ਇੱਕ ਤਾਂ ਪੱਪੂ ਮਹਾਜਨ ਦਾ ਸਿੱਧਾ ਨਾਮ ਲੈਣਾ, ਇੱਕ ਗੌਤਮ ਅਰੋੜਾ ਜੀ ਆ ਸਾਡੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਆ, ਇੱਕ ਸ਼ੈਲਾ ਜੀ ਆ ਜ਼ਿਲ੍ਹਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਆ। ਹਾਂ, ਔਰ ਉਹਨਾਂ ਦੀ ਵਾਈਫ ਕੌਂਸਲਰ ਰਹੀ ਆ। ਉਹਨਾਂ ਦਾ ਸੁਭਾਸ਼ ਜੀ ਜਿਹੜੇ ਆ ਉਹ ਜਨਰਲ ਸੈਕਟਰੀ ਆ ਪੰਜਾਬ। ਇਹਨਾਂ ਸਾਰੇ ਲੋਕਾਂ ਨੇ ਸਾਡਾ ਜੋਤ ਸਿੰਘ ਸਿੱਧੂ ਦੇ ਨਾਲ ਜਦੋਂ ਅਨਿਲ ਜੋਸ਼ੀ ਦੀ ਦੂਰੀਆਂ ਵਧੀ, ਤਾਂ ਉਸ ਟਾਈਮ ਤੇ ਵਿਕਰਮ ਮਜੀਠੀਆ ਨਾਲ ਤਾਂ ਉਹਨਾਂ ਦਾ ਪਿਆਰ ਜਿਹੜਾ ਲੋਕਾਂ ਦੇ ਵਿੱਚ ਨਜ਼ਰ ਵੀ ਆ ਰਿਹਾ ਸੀ ਔਰ ਦੇਖਿਆ ਵੀ ਜਾ ਰਿਹਾ ਸੀ। ਉਹ ਤੇ ਪਾਰਟੀ ਦਾ ਕਰਕੇ ਜਿਹੜਾ ਵਾ ਉਹ ਅਨਿਲ ਜੋਸ਼ੀ ਉਹਨਾਂ ਨੂੰ ਕੋਈ ਦਿਖਾਵੇ ਵਜੋਂ ਹੋਊਗਾ, ਕੋਈ ਮਨੋਂ ਨਹੀਂ ਸੀ ਉਹਨਾਂ ਨੂੰ ਪਿਆਰ। ਕਿਉਂਕਿ ਸ਼ੁਰੂ ਤੋਂ ਹੀ ਅਕਾਲੀ ਦਲ ਸਾਡਾ ਖਾਸ ਕਰਕੇ ਅਨਿਲ ਜੋਸ਼ੀ ਦਾ ਵਿਰੋਧੀ ਹੈ। ਅੰਮ੍ਰਿਤਸਰ ਪੇਜ ਦੇਖ ਰਹੇ ਸਾਰੇ ਲੋਕਾਂ ਦਾ ਸਵਾਗਤ ਹੈ। ਦੋਸਤੋ, ਲਗਾਤਾਰ ਜਿਹੜੀ ਪੰਜਾਬ ਦੀ ਸੱਤਾ ਨੂੰ ਲੈ ਕੇ ਜਿਹੜੀ ਰਾਜਨੀਤੀ ਹੈ ਉਹ ਗਰਮ ਹੁੰਦੀ ਜਾ ਰਹੀ ਹੈ। ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਪਾਰਟੀਆਂ ਹੈਗੀਆਂ ਵਾ, ਕਿਤੇ ਨਾ ਕਿਤੇ ਆਪਣੀ ਪਾਰਟੀ ਦੇ ਅੰਦਰ ਹੀ ਕਿਸੇ ਤਰੀਕੇ ਦੇ ਵਿੱਚ ਇੱਕ ਦੂਜੇ ਨਾਲ ਲੜ ਰਹੀਆਂ। ਜੇ ਗੱਲ ਕਰਾਂ ਤੇ ਕਾਂਗਰਸ ਦੀ, ਤੇ ਕੈਪਟਨ ਵਰਸਸ ਸਿੱਧੂ ਦਾ ਜਿਹੜਾ ਕਲਿਆ ਚੱਲ ਰਿਹਾ, ਉਹਨੂੰ ਹਾਈ ਕਮਾਂਡ ਜਿਹੜਾ ਖਤਮ ਕਰਨ ਨੂੰ ਲੈ ਕੇ ਲਗਾਤਾਰ ਜਿਹੜੇ ਆਪਣਾ ਰੁਖ ਅਪਣਾਏ ਹੋ। ਤੇ ਦੂਜੇ ਬੰਨੇ ਗੱਲ ਕਰਾਂ ਤੇ ਮੈਂ ਬੀਜੇਪੀ ਦੀ, ਤੇ ਬੀਜੇਪੀ ਵਿੱਚ ਲਗਾਤਾਰ ਕਿਸਾਨੀ ਮੁੱਦੇ ਨੂੰ ਲੈ ਕੇ ਕਈ ਪੂਰਵ ਮੰਤਰੀ ਜਿਹੜੇ ਬਗਾਵਤੀ ਸੁਰ ਪੈਦਾ ਕਰ ਰਹੇ ਨੇ, ਤੇ ਬਗਾਵਤੀ ਸੁਰ ਨੂੰ ਲੈ ਕੇ ਜਿਹੜੀ ਉਹਦੀ ਆਵਾਜ਼ ਹੈਗੀ ਜਿਹੜੀ ਸੈਂਟਰ ਤੱਕ ਪਹੁੰਚ ਚੁੱਕੀ ਹੈ। ਤੇ ਕਈ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਵੀ ਇਹਨਾਂ ਨੇ ਸਵਾਲ ਚੁੱਕੇ ਨੇ। ਜੇ ਗੱਲ ਕਰ ਰਿਹਾ ਮੈਂ ਅਨਿਲ ਜੋਸ਼ੀ ਦੀ, ਅਨਿਲ ਜੋਸ਼ੀ ਨੇ ਜਿਸ ਤਰ੍ਹਾਂ ਕਿਸਾਨੀ ਮੁੱਦੇ ਨੂੰ ਹੱਲ ਨੂੰ ਲੈ ਕੇ ਜਿਹੜਾ ਕੇਂਦਰ ਦੀ ਰਾਜਨੀਤੀ ਦੇ ਵਿੱਚ ਜਿਹੜੀ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਹੈਗੀ ਹੈ, ਉਸ ਮੁੱਦੇ ਨੂੰ ਲੈ ਕੇ ਜਿਹੜੀ ਵਿਫਲ ਸਾਬਤ ਹੋਈ ਹੈ, ਉਸ ਨੂੰ ਲਗਾਤਾਰ ਉਹਨਾਂ ਨੇ ਗੱਲ ਕੀਤੀ ਹੈ। ਤੇ ਲਗਾਤਾਰ ਉਹ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਦੇ ਨਾਲ ਜਿਹੜੀ ਪੰਜਾਬ ਦੀ ਬੀਜੇਪੀ ਹੈ ਉਹਨੂੰ ਵੀ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਘੇਰ ਰਹੇ। ਤੇ ਅੱਜ ਇਸੇ ਮੁੱਦੇ ਨੂੰ ਲੈ ਕੇ ਆਪਾਂ ਗੱਲ ਕਰਾਂਗੇ ਪੂਰਵ ਕਾਉਂਸਲਰ ਪ੍ਰਭਜੀਤ ਸਿੰਘ ਰਾਠੌਲ ਨਾਲ, ਜਿਹੜੇ ਕਿ ਅਨਿਲ ਜੋਸ਼ੀ ਦੇ ਕਾਫੀ ਕਰੀਬੀ 2007 ਦੀ ਪਹਿਲੀ ਇਲੈਕਸ਼ਨ ਤੋਂ ਅਨਿਲ ਜੋਸ਼ੀ ਦੇ ਨਾਲ ਆ। ਤੇ ਉਹ ਜਿਸ ਤਰ੍ਹਾਂ ਦੀ ਅੱਜ ਵਾਰ ਚੱਲ ਰਹੀ ਹੈ, ਜਿਸ ਤਰ੍ਹਾਂ ਦੀ ਆਪਣੀ ਹੀ ਪਾਰਟੀ ਦੇ ਵਿੱਚ ਅਨਿਲ ਜੋਸ਼ੀ ਤੇ ਬੀਜੇਪੀ ਲੀਡਰ ਆਮਨੇ ਸਾਹਮਣੇ ਨਾ, ਉਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ, ਉਹਨਾਂ ਨੂੰ ਪੁੱਛਦੇ ਹਾਂ। ਨਮਸਤੇ ਜੀ, ਮੈਂ ਅੰਮ੍ਰਿਤਸਰ ਪੇਜ ਨਿਊਜ਼ ਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ। ਬਹੁਤ ਬਹੁਤ ਤੁਹਾਡਾ ਇੱਥੇ ਉਮੇ ਜੀ ਆਉਣ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਅਨਿਲ ਜੋਸ਼ੀ ਉਹਨਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਜਿਹੜਾ ਬਹੁਤ ਟਾਈਮ 'ਤੇ ਮੁੱਦਾ ਉਠਾਇਆ ਵਾ, ਇਹ ਬਹੁਤ ਹੀ ਪੰਜਾਬ ਲਈ ਅਤੇ ਪਾਰਟੀ ਲਈ ਵਧੀਆ ਸੀ। ਕਿਉਂਕਿ ਹੋਰ ਕਿਸੇ ਵੀ ਵਿਅਕਤੀ ਦੀ, ਪੰਜਾਬ ਸੰਗਠਨ ਦੀ ਹਿੰਮਤ ਨਹੀਂ ਪਈ ਕਿ ਉਹ ਸੈਂਟਰ ਤੱਕ ਜਾ ਸਕਣ। ਪਰ ਅਨਿਲ ਜੋਸ਼ੀ ਉਹਨਾਂ ਨੇ, ਅਸੀਂ ਵੇਖਦੇ ਹਾਂ, ਕਿਉਂਕਿ ਅਸੀਂ ਉਹਨਾਂ ਦੇ ਨਾਲ ਆ, ਅਸੀਂ ਹਰ ਟਾਈਮ ਇਰਦ ਗਿਰਦ ਰਹਿੰਦੇ ਹਾਂ, ਜਿਹੜੇ ਉਹਨਾਂ ਦੀਆਂ ਬਾਹਾਂ ਵਾ। ਸਾਡਾ ਲਗਭਗ 3 ਪੀੜ੍ਹੀਆਂ ਤੋਂ ਉਹਨਾਂ ਨਾਲ ਪਿਆਰ ਆ। ਜੇ ਮੈਂ ਤਰਨਤਾਰਨ ਸੀਨੀਅਰ ਡਿਪਟੀ ਮੇਅਰ ਬਣਾਇਆ, ਤੇ ਉਹਨਾਂ ਨੇ ਮੈਨੂੰ ਇੱਥੇ ਵੀ ਲਿਆ ਕੇ ਫਿਰ ਕੌਂਸਲਰ ਬਣਾਇਆ, ਔਰ ਉਸ ਤੋਂ ਬਾਅਦ ਕਾਫੀ ਜ਼ਿੰਮੇਵਾਰੀਆਂ ਦਿੰਦੇ ਰਹੇ। ਪਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਹੈਗੇ, ਅਸੀਂ ਹਾਂ ਅਨਿਲ ਜੋਸ਼ੀ ਦੇ ਨਾਲ। ਔਰ ਜਿਹੜੇ ਅੱਜ ਗਲਤ ਮਲਤ ਬੋਲਦੇ ਆ, ਮੈਂ ਤਾਂ ਇਹ ਕਹੂੰਗਾ ਉੱਤੇ ਭੌਂਕਦੇ ਆ, ਉਹ ਆਪਣੇ ਅੰਦਰ ਝਾਕਣ। ਕਿਉਂਕਿ ਉਹਨਾਂ ਨੂੰ
ਮੈਂ ਤਾਂ ਸਿੱਧਾ ਸਿੱਧਾ ਨਾਂ ਲਵਾਂਗਾ ਪੱਪੂ ਮਹਾਜਨ ਦਾ। ਪੱਪੂ ਮਹਾਜਨ ਕੀ ਸੀ? ਇੱਕ 5 ਫੁੱਟ ਦੀ ਦੁਕਾਨ ਸੀ ਔਰ ਲਿਫਾਫਿਆਂ ਦੀ, ਉਹ ਵੀ, ਤੇ ਲਿਫਾਫੇ ਇੱਕ ਇੱਕ ਕਰਕੇ ਵੇਚਦਾ ਸੀ। ਅੱਜ ਕਿੱਥੋਂ ਫੈਕਟਰੀਆਂ ਲੱਗ ਗਈਆਂ? ਅੱਜ ਕਿੱਥੋਂ ਉਹਨਾਂ ਦੇ ਕੋਲ ਇੰਨਾ ਪੈਸਾ ਆ ਗਿਆ? ਅੱਜ ਕਿੱਥੋਂ ਇੰਨੀਆਂ ਗੱਡੀਆਂ ਆ ਗਈਆਂ? ਜਦ ਕਿ ਸਾਡੇ ਮਿਨਿਸਟਰ ਸਾਹਿਬ ਨੂੰ, ਅਨਿਲ ਜੋਸ਼ੀ ਜੀ ਨੂੰ ਕਹਿੰਦੇ ਸੀ ਕਿ ਇਹਨਾਂ ਦਾ ਦੁਬਈ ਹੋਟਲ ਆ, ਇਹਨਾਂ ਦੀਆਂ ਟਾਇਲ ਦੀਆਂ ਫੈਕਟਰੀਆਂ ਵਾ, ਇਸ ਕਰਕੇ ਟਾਇਲਾਂ। ਹੁਣ ਵੀ ਇਹ ਬੋਲਿਆ ਕਿ ਟਾਇਲਾਂ ਬੜੀਆਂ ਲਾਈਆਂ, ਟਾਇਲਾਂ ਲੱਗਣਗੀਆਂ ਥੱਲੇ, ਪਹਿਲੋਂ ਘਰ ਸਵਾਰਿਆ ਜਾਊਗਾ ਤੇ ਉੱਪਰ ਜਿਹੜਾ ਤਾਦੀ ਸੋਨਾ ਲੱਗੂਗਾ। ਉਸ ਦੇ ਵਿੱਚ ਗੱਲ ਕਹੀ ਹੈ ਕਿ ਜਿਹੜੀ 5-7 ਰੁਪਏ ਦੀ ਟਾਈਲਾਂ ਗਈ ਉਹਨੂੰ ਦੋ ਦੁੱਗਣੇ ਜਾਂ ਤਿਗਣੇ ਦਾਮਾਂ ਦੇ ਵਿੱਚ ਜਿਹੜੀ ਉਹਦੀ ਬਿਲਿੰਗ ਕੀਤੀ ਗਈ ਹੈ। ਕੋਈ ਇਹੋ ਜੀ ਗੱਲ ਨਹੀਂ ਜੀ, ਬਿਲਕੁਲ ਪਾਰਦਰਸ਼ੀ ਕੰਮ ਹੋਇਆ ਵਾ। ਵੇਖੋ, ਇੰਪਰੂਵਮੈਂਟ ਟਰਸਟ ਰਾਹੀਂ ਆਨਲਾਈਨ ਬੋਲੀ ਹੋਈ ਆ, ਔਰ ਖਾਸ ਕਰਕੇ ਇਹਨਾਂ ਨੂੰ ਇਹੋ ਰੰਜਿਸ਼ ਸੀ ਕਿ ਇਹ ਜਿਹੜੇ ਠੇਕੇ ਸਾਨੂੰ ਮਿਲਣ ਔਰ ਭਾਜੀ ਵਿੱਚ ਦਖਲਅੰਦਾਜ਼ੀ ਨਾ ਕਰਨ। ਕਿਉਂਕਿ ਜਿਹੜੀ ਇਹ ਮੈਂ ਦੀ ਗੱਲ ਕਰਦੇ ਆ ਭਾਈ ਨੇ, ਉਦੋਂ ਵੀ ਮੈਂ ਇਹ ਕਿਹਾ ਸੀ, ਇੰਪਰੂਵਮੈਂਟ ਟਰਸਟ ਨੂੰ ਕਿਹਾ ਸੀ, ਨਗਰ ਨਿਗਮ ਨੂੰ ਵੀ ਕਿਹਾ ਸੀ, ਲੋਕਲ ਬਾਡੀ ਮੰਤਰੀ ਹੁੰਦਿਆਂ, ਕਿ ਇਹਨਾਂ ਕਿਸੇ ਨੂੰ ਵੀ, ਈਵਨ ਕਿ ਪ੍ਰਭ ਰਟੌਲ ਵੀ ਆ ਜਾਂ ਅਮਨ ਐਰੀ ਵੀ ਆ, ਇਹਨਾਂ ਨੂੰ ਵੀ ਕੋਈ ਠੇਕਾ ਨਹੀਂ ਦੇਣਾ। ਅੱਜ ਤੱਕ ਕੋਈ ਇਹ ਸਾਬਤ ਕਰ ਦੇ ਕਿ ਅਸੀਂ 1 ਰੁਪਈਏ ਦਾ ਵੀ ਠੇਕਾ ਲਿਆ, ਕੋਈ ਕੰਮ ਕੀਤਾ ਸਰਕਾਰੀ, ਜਾਂ ਟਾਈਲਾਂ ਦੀ ਫੈਕਟਰੀ ਆ ਜਾਂ ਕੁਝ ਵੀ ਆ, ਤੇ ਅਸੀਂ ਸਾਰੀ ਉਮਰ ਲਈ ਰਾਜਨੀਤੀ ਤੋਂ ਅਸਤੀਫਾ ਦੇ ਦਾਂਗੇ। ਮੈਂ ਤਾਂ ਕਹੂੰਗਾ ਮੈਂ ਆਪਣੀ ਸਾਰੀ ਜਾਇਦਾਦ ਪੱਪੂ ਮਹਾਜਨ ਨੂੰ ਲਿਖ ਦੂੰਗਾ। ਜਿਸ ਤਰ੍ਹਾਂ ਦੀ ਗੱਲਾਂ ਨਿਕਲ ਕੇ ਆਈਆਂ ਕਿ ਲਗਾਤਾਰ ਪੱਪੂ ਮਹਾਜਨ ਜਾਂ ਜਿਹੜੇ ਅਸ਼ਵਨੀ ਸ਼ਰਮਾ ਜਾਂ ਜੀਵਨ ਗੁਪਤਾ ਜਾਂ ਗੌਤਮ ਅਰੋੜਾ ਜਾਂ ਹੋਰ ਕਈ ਲੀਡਰ ਹੈਗੇ ਜਿਹੜੇ ਲਗਾਤਾਰ ਅਨਿਲ ਜੋਸ਼ੀ ਨੂੰ ਇਸ ਕਿਸਾਨੀ ਮੁੱਦੇ ਨੂੰ ਲੈ ਕੇ ਲਗਾਤਾਰ ਜਿਹੜਾ ਕਟਘਰੇ ਤੇ ਖੜਾ ਕਰਨ ਦੇ ਆ ਕਿ ਤੁਸੀਂ 10 ਮਹੀਨੇ ਅਗਰ ਬੋਲਣਾ ਹੀ ਸੀ ਤੇ 10 ਮਹੀਨੇ ਪਹਿਲਾਂ ਕਿਉਂ ਨਹੀਂ ਬੋਲੇ? 10 ਮਹੀਨੇ ਪਾਰਟੀ ਦਾ ਕੋਈ ਪਲੇਟਫਾਰਮ ਹੁੰਦਾ ਜੀ, ਉਹ ਪਲੇਟਫਾਰਮ 'ਚ ਰਿਹਾ, ਉਹਨਾਂ ਨੇ ਆਪਣੀ ਗੱਲ ਰੱਖੀ ਆ, ਪੰਜਾਬ ਯੂਨਿਟ 'ਚ ਰੱਖੀ ਆ, ਫਿਰ ਉਹਨਾਂ ਨੇ ਸੈਂਟਰ ਨੂੰ ਕਨਵੇ ਕੀਤਾ, ਫੋਨ ਤੇ ਵੀ ਮਿਹਨਤ ਕਰਦੇ ਰਹੇ ਆ। ਫਿਰ ਜਦੋਂ ਹਾਰ ਕੇ ਜਦੋਂ ਕਿਸੇ ਬੱਚੇ ਨੂੰ ਦਬਾਈ ਜਾਈਏ ਨਾ, ਦਬਾਈ ਜਾਈਏ, ਤੇ ਉਹ ਫਿਰ ਨਿਹੰਗ ਬਣ ਕੇ ਉੱਭਰਦਾ। ਫਿਰ ਜਦੋਂ ਇਹਨਾਂ ਕੋਲ ਬਰਦਾਸ਼ਤ ਨਹੀਂ ਹੋਈ ਤੇ ਫਿਰ ਇਹ ਜਿਹੜਿਆ ਇਹਨਾਂ ਨੇ ਬਾਹਰ ਪਾਰਟੀ ਤੋਂ ਬਾਹਰ ਵੀ ਹੋ ਕੇ ਕਿਸਾਨਾਂ ਦਾ ਸਮਰਥਨ ਕੀਤਾ। ਬਾਕੀ ਮੈਂ ਪੱਪੂ ਮਹਾਜਨ ਦੀ ਤੇ ਤੁਹਾਨੂੰ ਕਹਿ ਹੀ ਚੁੱਕਾ ਵਾਂ, ਗੌਤਮ ਅਰੋੜੇ ਹੋਣੀ ਵੀ ਕੱਲ੍ਹ ਦੇ ਬੱਚੇ ਆ, ਅਨਿਲ ਜੋਸ਼ੀ ਹੋਣਾ ਲਾ ਕੇ ਅੱਜ ਜ਼ਿਲ੍ਹੇ ਦਾ ਪ੍ਰਧਾਨ ਯੁਵਾ ਮੋਰਚਾ ਦੇ ਬਣੇ ਆ, ਇਹ ਵੀ ਉਹਨਾਂ ਦੇ ਗੁਆਂਢੀ ਆ। ਨਿੱਕੇ ਜਿਹੇ ਹੁੰਦੇ ਇਹਨਾਂ ਨੂੰ ਪੁੱਛੋ, ਸਾਡੇ ਕੋਲ ਤਰਨਤਾਰਨ ਖੇਡਣ ਜਾਂਦੇ ਹੁੰਦੇ ਸੀ। ਅੱਛਾ, ਉਦੋਂ ਅਨਿਲ ਜੋਸ਼ੀ ਚੰਗਾ ਸੀ, ਹੁਣ ਕੀ ਗੱਲ, ਹੁਣ ਮਾੜਾ ਹੋ ਗਿਆ? ਇਹ ਅਨਿਲ ਜੋਸ਼ੀ ਦੀ ਤਾਕਤ, ਇਹ ਲੋਕ ਪੱਪੂ ਮਹਾਜਨ ਨਹੀਂ, ਗੌਤਮ ਅਰੋੜੇ ਨਹੀਂ। ਰਟੌਲ ਜੀ, ਜਿਸ ਤਰ੍ਹਾਂ ਕਿ ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਕਿਸਾਨ ਹੈਗਾ, ਮੈਂ ਕਿਸਾਨ ਦੀ ਮੁਸ਼ਕਲਾਂ ਨੂੰ ਪ੍ਰੋਪਰ ਪੂਰੀ ਤਰ੍ਹਾਂ ਸਮਝਦਾ ਵਾਂ, ਪਿੰਡ 'ਚ ਰਹੇ ਆ, ਤਰਨ ਤੁਸੀਂ ਵੀ ਨਾਲ ਰਹੇ ਆ, ਤੁਸੀਂ ਜੇ ਗੱਲ ਕਰਾਂ ਤਾਂ ਤੁਹਾਡਾ ਬਚਪਨ ਵੀ ਇਕੱਠੇ ਹੀ ਨਾਲ ਰਹੇ ਹੋਗੇ, 3 ਪੀੜ੍ਹੀਆਂ 'ਤੇ ਤੁਸੀਂ ਗੱਲ ਕੀਤੀ ਹੈ। ਤੇ ਲਗਾਤਾਰ ਜਿਹੜੇ ਸਵਾਲ ਉੱਠ ਰਹੇ ਆ ਵੀ ਇਹ ਬੀਜੇਪੀ ਦੇ ਜਿਹੜੇ ਲੋਕ ਕਹਿ ਰਹੇ ਕਿ ਇਹ ਕਿਸਾਨ ਕਦੋਂ ਸੀਗੇ? ਤੁਸੀਂ ਦੱਸ ਸਕਦੇ ਹੋ ਕਿ ਕਿਸਾਨ ਕਦੋਂ ਸੀਗੇ, ਕਿਉਂਕਿ ਤੁਸੀਂ ਅੰਗ ਸੰਗ ਨਾਲ ਰਹੇ ਹੋ। ਇਹਨਾਂ ਦੇ ਫਾਦਰ ਸਾਹਿਬ ਬਹੁਤ ਹੀ ਵਧੀਆ ਟੀਚਰ ਸੀ, ਮੇਰੇ ਫਾਦਰ ਸਾਹਿਬ ਟੀਚਰ ਸੀ, ਇਹ ਆਪਸ 'ਚ ਬਹੁਤ ਵਧੀਆ ਦੋਸਤ ਸੀ। ਔਰ ਮੈਂ ਜੇ ਪੀੜ੍ਹੀ ਦੀ ਪਹਿਲੋਂ ਗੱਲ ਕਰਦਾ, ਉਸ ਤੋਂ ਬਾਅਦ ਮੇਰਾ ਬੇਟਾ ਪਾਹੁਲਪ੍ਰੀਤ ਪਾਰਸ ਦਾ ਵੀ ਦੋਸਤ ਆ। ਅੱਛਾ, ਜੇ ਆਪਾਂ ਗੱਲ ਕਰਦੇ, ਇਹਨਾਂ ਦਾ ਪਿੰਡ ਸੰਘਾ ਸੀ, ਸਾਡਾ ਪਿੰਡ ਲਾਗੋ ਰਟੌਲ ਸੀ। ਤੇ ਅਨਿਲ ਜੋਸ਼ੀ ਦੇ ਫਾਦਰ ਸਾਹਿਬ ਕਿਸ਼ੋਰੀ ਲਾਲ ਜੀ, ਮੇਰੇ ਫਾਦਰ ਸਰਦਾਰ ਸੰਤੋਖ ਸਿੰਘ ਜੀ ਤੇ ਮਾਸਟਰ ਕੁਲਵੰਤ ਸਿੰਘ ਜੀ, ਔਰ ਲਵਲੀ ਦੇ ਫਾਦਰ ਸਾਹਿਬ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਉਹ ਇਹ ਇਕੱਠੇ ਸਾਰੀ ਟੀਮ ਸੀ। ਔਰ ਇਹ ਸੰਘਿਆਂ ਦੇ ਪਿੰਡ ਤੋਂ ਰਹਿਣ ਵਾਲੇ ਆ, ਅਸੀਂ ਰਟੌਲ ਤੋਂ ਰਹਿਣ ਵਾਲੇ ਆ ਪਿੱਛੋਂ। ਇਹਨਾਂ ਦੀ ਸੰਘੇ ਅੱਜ ਵੀ ਪੈਲੀ ਹੈਗੀ ਆ। ਇਹਨਾਂ ਨੂੰ ਅੱਤਵਾਦ ਦੇ ਦਰਮਿਆਨ ਇਹਨਾਂ ਦੇ ਫਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਫਿਰ ਇਹ ਤਰਨਤਾਰਨ ਆਏ ਆ, ਔਰ ਇਹ ਲਗਭਗ 25-23 ਸਾਲ ਇਹ ਆਪਣੇ ਹੱਥੀਂ ਜਿਹੜੀ ਆ ਉਹ ਵਾਹੀ ਕਰਦੇ ਰਹੇ ਆ। ਔਰ ਇਹਨਾਂ ਦਾ ਘਰ ਵੀ ਅੱਜ ਸੰਘਿਆਂ 'ਚ ਹੈਗਾ ਵਾ, ਤੁਸੀਂ ਹਵੇਲੀ ਵੀ ਹੈਗੀ ਆ। ਔਰ ਉਸ ਤੋਂ ਬਾਅਦ ਸਾਡਾ ਜਿਹੜਾ ਔਰ ਰਟੌਲ 'ਚ ਖੇਤੀਬਾੜੀ ਦਾ ਕੰਮ ਆ, ਅਜੇ ਵੀ ਚੱਲਦਾ ਵਾ। ਬਟ ਇਹਨਾਂ ਨੇ, ਪ੍ਰਮਾਤਮਾ ਨੇ ਇੰਨੀ ਮਿਹਰ ਕੀਤੀ, ਕੱਪੜੇ ਦਾ ਕੰਮ ਸ਼ੁਰੂ ਕੀਤਾ, ਅੱਜ ਮੌਲਾਂ 'ਚੋਂ ਬਦਲ ਗਿਆ। ਜੇ ਇਹਨਾਂ ਨੇ ਸ਼ੈਲਰ ਦਾ ਕੰਮ ਕੀਤਾ, ਉਹ ਵੀ ਸ਼ੈਲਰ ਤੋਂ ਲੈ ਕੇ ਸ਼ੈਲਰਾਂ 'ਚ ਮੈਂ ਕਹੂੰਗਾ ਬਦਲ ਗਿਆ। ਔਰ ਹੱਕ ਸੱਚ ਦੀ ਇਮਾਨਦਾਰੀ ਨਾਲ ਇਹਨਾਂ ਨੇ ਮਿਹਨਤ ਕੀਤੀ ਆ। ਇਹਦੇ ਸਾਨੂੰ ਸਮਝਾਉਂਦੇ ਆ, ਔਰ ਇਹਨਾਂ ਦੇ ਨਾਲ ਟੀਮ 'ਚ ਉਹ ਰਹਿ ਸਕਦਾ ਜਿਹੜਾ ਇਮਾਨਦਾਰ ਤੇ ਸੱਚਾ ਵਿਅਕਤੀ ਆ।
ਪੱਪੂ ਮਾਜ ਨੂੰ ਨਾ ਗਏ ਤੇ ਗੌਤਮ ਅਰੋੜੇ ਹੋਣਾ ਨਹੀਂ ਜੇਕਰ ਰਹਿ ਤੁਸੀਂ ਸਕਦੇ। ਰਟੌਲ ਜੀ ਟੀਮ ਦੀ ਗੱਲ ਕੀਤੀ ਹੈ ਤੇ ਜ਼ਿਲ੍ਹਾ ਬੀਜੇਪੀ ਦੇ ਜਿਹੜੇ ਪ੍ਰਧਾਨ ਸੀ ਸੁਰੇਸ਼ ਮਹਾਜਨ ਨੇ ਸਿੱਧੇ ਕਿਹਾ ਕਿ ਅਨਿਲ ਜੋਸ਼ੀ ਜਿਹੜੇ ਆਪਣੇ ਆਪ ਨੂੰ ਇਨਸਿਕਿਉਰ ਗਿਣਨ ਦੇ ਆ, ਜਿਸ ਕਰਕੇ ਉਹ ਇਸ ਤਰ੍ਹਾਂ ਦੇ ਮਾਹੌਲ ਪੈਦਾ ਕਰ ਰਹੇ ਕਿ ਮੈਂ ਗਰਾਊਂਡ ਲੈਵਲ ਤੇ ਕਿੱਥੇ ਖੜਾ ਵਾਂ। ਜੇਕਰ ਮੈਂ ਤੁਹਾਡੀ ਗੱਲ ਕਰਾਂ ਜਾਂ ਤੁਹਾਡੇ ਇਸ ਤਰ੍ਹਾਂ ਦੇ ਜਿਹੜੇ ਅਨਿਲ ਜੋਸ਼ੀ ਦੇ ਸਮਰਥਕ, ਤੁਸੀਂ 2012 ਦੇ ਵਿੱਚ ਇਲੈਕਸ਼ਨ ਲੜੀ ਸੀ ਕਾਉਂਸਲਰ ਦੇ ਇੱਥੇ ਅੰਮ੍ਰਿਤਸਰ ਤੋਂ ਤੇ ਤੁਸੀਂ ਜਿੱਤੇ ਵੀ ਸੀਗੇ, ਤੇ 2014 ਵਿੱਚ ਵੀ ਜੋ ਤੁਸੀਂ ਅਰੁਣ ਜੇਤਲੀ ਦੇ ਇਲੈਕਸ਼ਨ ਵੇਲੇ ਜਿਸ ਤਰ੍ਹਾਂ ਵੀ ਪਾਰਟੀ ਨਾਲ ਪਾਰਟੀ ਦੇ ਖਾਤਰ ਤੁਸੀਂ ਜਿਸ ਤਰ੍ਹਾਂ ਦੀ ਲੜਾਈਆਂ ਲੜੀਆਂ, ਤੁਸੀਂ ਉਸ ਖਾਤਰ ਜੇਲ੍ਹ 'ਚ ਵੀ ਗਏ। ਉਸ ਵਕਤ ਵੀ ਜਿਹੜੇ ਅਨਿਲ ਜੋਸ਼ੀ ਤੁਹਾਡੀ ਵਾਰਡ ਦੇ ਵਿੱਚ ਇੱਕ ਕਾਉਂਸਲਰ ਤੇ ਇੱਕ ਮੰਤਰੀ ਦੀ ਹੈਸੀਅਤ ਨਾਲ ਵੀ ਕੰਮ ਕੀਤਾ। ਤੇ ਅਨਿਲ ਜੋਸ਼ੀ ਅੱਜ ਜਿਹੜੇ ਉਹਨਾਂ ਨੇ ਆਰੋਪ ਲਾਏ ਆ, ਜਿਹੜਾ ਉਹਨਾਂ ਨੇ ਗੱਲਾਂ ਕਹੀਆਂ ਕਿ ਇਨਸਿਕਿਉਰ ਗਿਣਨ ਦੇ, ਤੇ ਜਿਹੜੇ ਉਹਨਾਂ ਦੇ ਨਾਲ ਚੱਲਣ ਦੇ ਉਹ ਪਾਰਟੀ ਚੋਂ ਕੱਢੇ ਹੋਏ ਆ ਜਾਂ ਪਾਰਟੀ ਛੱਡ ਚੁੱਕੇ ਨੇ, ਇਸ ਤਰ੍ਹਾਂ ਦੀ ਗੱਲਾਂ ਹੋਈਆਂ। ਇਹ ਬਿਲਕੁਲ ਹਾਸੋ ਹੋਣੀਆਂ ਗੱਲਾਂ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੈਂ 2012 'ਚ ਜਿਹੜੀ ਆ MLA ਇਲੈਕਸ਼ਨ 'ਚ 12 'ਚ ਜਿਹੜੀ ਡੀਲਿਮਿਟੇਸ਼ਨ ਹੋਈ ਸੀ, ਉਹਦੇ 'ਚ ਮੇਰੀ 7 ਵਾਰਡ 'ਚ ਡਿਊਟੀ ਲਾਈ ਗਈ ਸੀ, ਔਰ 7, 14 ਤੇ ਉਸ ਤੋਂ ਬਾਅਦ ਮਕਸੂਦਪੁਰਾ, ਇਹ ਸਾਰੀਆਂ ਵਾਰਡਾਂ ਕੁਛ ਛਿਹਾੜੇ ਦਾ ਹਿੱਸਾ ਸੀ, ਕੁਛ ਵੇਰਕੇ ਦਾ ਹਿੱਸਾ ਸੀ। ਇੱਥੇ ਤੇ ਬੀਜੇਪੀ ਦਾ ਝੰਡਾ ਵੀ ਨਹੀਂ ਕਦੀ ਲੱਗਾ। 1947 ਤੋਂ ਲੈ ਕੇ ਇਹਨਾਂ ਵਾਰਡਾਂ 'ਚ ਬੀਜੇਪੀ ਦਾ ਕਦੀ ਕੌਂਸਲਰ ਖਲੋਤਾ ਹੀ ਨਹੀਂ ਸੀ। ਜਿੱਤਣਾ ਕੀ ਸੀ, ਔਰ ਪਹਿਲੀ ਵਾਰੀ ਆ ਕਿ 14 ਵਾਰਡ ਵੀ ਅਸੀਂ MLA ਸਾਹਿਬ ਵਾਰੀ 12 'ਚ ਵੀ ਜਿੱਤੀ, 7 ਵੀ ਜਿੱਤੀ, ਹੋਰ ਵੀ ਵਾਰਡਾਂ ਜਿੱਤ ਕੇ ਔਰ 12 'ਚ ਵੀ ਜਿੱਤੀਆਂ, ਤੇ ਜੇਟਲੀ ਸਾਹਿਬ ਵਾਰੀ ਵੀ 7 ਵਾਰਡ ਅਸੀਂ ਜਿੱਤੀ ਪਾਵਾਂ। ਓਵਰਆਲ ਇਲੈਕਸ਼ਨ ਉਹ ਹਾਰ ਗਏ ਸੀ। ਇਹੋ ਜਿਹੇ ਜੇ ਉਹ ਬੰਜਰ ਜ਼ਮੀਨ ਨੂੰ ਉਗਾ ਸਕਦੇ ਆ, ਤੇ ਕੀ ਗੱਲ ਅੱਜ ਤੇ ਉਹਨਾਂ ਕੋਲ ਸਾਰੀ ਬਹੁਤ ਵੱਡੀ ਟੀਮ ਆ। ਜੇ ਮੈਂ ਕਹੂੰਗਾ ਨਾ ਘਰ ਘਰ ਉਹਨਾਂ ਦਾ ਸਮਰਥਕ ਆ, ਘਰ ਘਰ। ਉਹ ਟੀਮ ਬੀਜੇਪੀ ਦੇ ਨਾਲ ਨਹੀਂ ਹੈਗੀ? ਨਹੀਂ, ਬੀਜੇਪੀ ਨਾਲ ਨਹੀਂ ਜੀ ਟੀਮ, ਉਹ ਅਨਿਲ ਜੋਸ਼ੀ ਦੇ ਨਾਲ ਹੀ ਹੈ ਟੀਮ, ਕਿਉਂਕਿ ਉਹ ਹਰ ਟਾਈਮ ਦਿਨ ਰਾਤ ਦੁੱਖ ਸੁੱਖ ਵਿੱਚ ਭਾਈਵਾਲ ਹੁੰਦੇ ਆ। ਇਸ ਤੋਂ ਵੱਧ ਕੋਈ ਨਹੀਂ ਆ, ਕਿਉਂਕਿ ਅਸੀਂ ਪਾਰਟੀ ਨੂੰ ਚੱਟਣਾ ਨਹੀਂ ਹੁੰਦਾ, ਪਾਰਟੀ ਦੇ ਨਾਲ ਨਹੀਂ ਜਫਾ ਮਾਰ ਛੱਡਣਾ ਹੁੰਦਾ। ਅਸੀਂ ਤੇ ਬੰਦਿਆਂ ਜਿਹੜੇ ਪਿਆਰ ਕਰਦੇ ਆ ਉਹਨਾਂ ਨਾਲ ਚੱਲਣਾ, ਜਿਹੜਾ ਦੁੱਖ ਸੁੱਖ 'ਚ ਸਾਂਝੇ ਹੁੰਦੇ ਆ। ਤੁਸੀਂ ਵੀ ਇੱਕ ਪਰਿਵਾਰ ਲੈ ਲਓ, ਇੱਕ ਉਸ ਤੋਂ ਬਾਅਦ ਰਿਸ਼ਤੇਦਾਰੀ ਲੈ ਲਓ। ਸਾਰੇ ਹੀ ਆਪਾਂ ਲੋਕ ਉਹਨਾਂ ਵਿਅਕਤੀਆਂ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਤੁਹਾਡੇ ਦੁੱਖ ਸੁੱਖ 'ਚ ਕੰਮ ਆਉਂਦੇ ਆ। ਜਿਹੜੇ ਪਿਛਾਂਹ ਹਟਦੇ ਆ ਆਪਣਾ, ਉਹ ਫਿਰ ਹਟ ਜਾਂਦੇ ਆ। ਇਸ ਕਰਕੇ ਅਸੀਂ ਅਨਿਲ ਜੋਸ਼ੀ ਦੇ ਨਾਲ ਆ, ਅਨਿਲ ਜੋਸ਼ੀ ਦੇ ਨਾਲ ਹੀ ਮਰਾਂਗੇ। ਅਨਿਲ ਜੋਸ਼ੀ ਦੇ ਨਾਲ ਮਰਾਂਗੇ ਤੁਸੀਂ ਗੱਲ ਕੀਤੀ। 2007 ਤੋਂ ਲੈ ਕੇ 12 ਤੱਕ ਤੁਸੀਂ ਲਗਾਤਾਰ ਜਿਹੜੇ ਅਨਿਲ ਜੋਸ਼ੀ ਦਾ ਵਿਧਾਇਕ ਦੇ ਤੌਰ ਤੇ ਵੀ ਕੰਮ ਦੇਖਿਆ। 2012 ਤੋਂ ਲੈ ਕੇ 2017 ਦੇ ਵਿੱਚ ਤੁਸੀਂ ਮੰਤਰੀ ਪਦ ਦਾ ਵੀ ਕੰਮ ਦੇਖਿਆ। ਜੇਕਰ ਤੁਸੀਂ ਗੱਲ ਕੀਤੀ ਕਿ ਬੰਜਰ ਜ਼ਮੀਨ ਨੂੰ ਉਪਜਾਊ ਕੀਤਾ, ਇੰਨੇ ਵਿਕਾਸ ਕੰਮ ਕੀਤੇ ਜਿਹੜੇ ਪੰਜਾਬ ਦੇ ਵਿੱਚ ਨਾਰਥ ਹਲਕਾ ਅੰਮ੍ਰਿਤਸਰ ਦਾ ਮਿਸਾਲ ਸੀਗਾ, ਫਿਰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ? ਹਾਰ ਦਾ ਸਾਹਮਣਾ ਜੇ ਕਹੀਏ ਤੇ ਚਲੋ ਇਹ ਤੇ ਪੁਰਾਣੀ ਗੱਲ ਆ, ਬਟ ਮੈਂ ਫਿਰ ਵੀ ਤੁਹਾਨੂੰ ਵਿਸਤਾਰ ਇਹਦਾ ਦੱਸ ਦਿੰਦਾ ਕਿ ਇਹ ਸਾਨੂੰ ਕਿਸੇ ਬਾਹਰਲਿਆਂ ਨੇ ਨਹੀਂ ਰਾਇਆ, ਸਾਨੂੰ ਆਪਣਿਆਂ ਨੇ ਰਾਇਆ। ਤੁਹਾਨੂੰ ਵੀ ਪਤਾ ਵਾ, ਜਿਹੜੇ ਸਾਡੀ ਪਾਵਰ ਨਾਲ ਹੀ, ਜਿਹੜੇ ਮੈਂ ਦੱਸ ਚੁੱਕਾ ਪਹਿਲੋਂ, ਜਿਨ੍ਹਾਂ ਨੇ 5, 7, 10 ਵਿਅਕਤੀ ਜਿਹੜੇ ਸਾਡੀ ਪਾਵਰ ਨਾਲ ਹੀ ਜਿੱਤ ਕੇ ਕੌਂਸਲਰ ਬਣੇ, ਉਹਨਾਂ ਦੇ ਮੈਂ ਸਾਰਿਆਂ ਦੇ ਨਾਂ ਨਹੀਂ ਓਪਨ ਕਰ ਸਕਦਾ। ਉਹ ਔਰ ਕੁਝ ਸੰਗਠਨ ਦੇ ਲੋਕ, ਉਹਨਾਂ ਨੇ ਸਾਨੂੰ ਹਰਾਇਆ, ਕਿਉਂਕਿ ਉਹ ਇਹਨਾਂ ਤੇ ਕਹਿ ਸਕਦੇ ਇੱਕ ਦੋ ਮੌਜੂਦਾ ਕਾਉਂਸਲਰ ਵੀ ਹੈਗੇ। ਬਿਲਕੁਲ, 1, 2 ਨਹੀਂ 4, 5 ਕੌਂਸਲਰ ਨਾਰਥ ਦੇ ਸੀ ਜਿਨ੍ਹਾਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਸੰਗਠਨ ਦੇ ਲੋਕ ਵੀ ਸੀ, ਜਿਹੜੇ ਕੁਝ ਰਾਸ਼ਟਰੀ ਜਿਹੜੇ ਹੈਗੇ ਸੀ ਅਧਿਕਾਰੀ, ਉਹਨਾਂ ਨੇ ਵੀ, ਜਿਨ੍ਹਾਂ ਕੋਲ ਵੱਡੀਆਂ ਅਹੁਦਿਆਂ 'ਤੇ ਬੈਠੇ ਆ, 15, 15, 20 ਗਨਮੈਨ ਲੈ ਕੇ ਬੈਠੇ ਆ, 100 ਗਨਮੈਨ ਲੈ ਕੇ ਬੈਠੇ ਆ, ਜਿਨ੍ਹਾਂ ਅੱਗੇ ਧਰਨੇ ਲੱਗਦੇ ਆ, ਉਹਨਾਂ ਨੇ ਵੀ ਵਿਰੋਧਤਾ ਕੀਤੀ। ਰਟੌਲ ਜੀ, ਜਿਸ ਤਰ੍ਹਾਂ ਕਿ ਗੱਲ ਸਾਹਮਣੇ ਨਿਕਲ ਕੇ ਆ ਰਹੀਆਂ ਵਾ ਔਰ ਲੋਕੀ ਗੱਲ ਵੀ ਕਰ ਰਹੇ, ਭਾਵੇਂ ਉਹ ਤੁਹਾਡੀ ਪਾਰਟੀ ਦੇ ਬੀਜੇਪੀ ਦੇ ਹੋਣ ਜਾਂ ਕੋਈ ਵੀ ਅਕਾਲੀ ਦਲ ਦੇ ਹੋਣ ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ, ਕਿ ਜਦੋਂ ਅਨਿਲ ਜੋਸ਼ੀ ਉਸ ਟਾਈਮ ਪਾਰਟੀ ਤੋਂ ਥੋੜ੍ਹੇ ਖਫਾ ਹੋਏ ਕਿ ਜਦੋਂ ਕਿ ਸ਼ਵੇਤ ਮਲਿਕ ਉਹਨਾਂ ਨੂੰ ਨਾਰਥ ਦੇ ਵਿੱਚ ਜਦੋਂ ਲਿਆਂਦਾ ਗਿਆ, ਅਤੇ ਸ਼ਵੇਤ ਮਲਿਕ ਉਹਨਾਂ ਨੇ ਨਾਰਥ ਦੇ ਵਿੱਚ ਜਦੋਂ ਆਪਣੀ ਕੰਪੇਨਿੰਗ ਸ਼ੁਰੂ ਕੀਤੀ, ਇੱਕ ਦਾਅਵੇ ਦੌਰ 'ਤੇ ਕੰਪੇਨਿੰਗ ਸ਼ੁਰੂ ਕੀਤੀ, ਔਰ ਕਈ ਉਹਨਾਂ ਦੇ ਜਿਹੜੇ ਲੀਡਰ ਹੈਗੇ ਜਿਹੜੇ ਅਨਿਲ ਜੋਸ਼ੀ ਤੋਂ ਖਫਾ ਗਏ, ਉਹਨਾਂ ਨੇ ਉਹਨਾਂ ਦਾ ਸਮਰਥਨ ਕੀਤਾ। ਤੁਹਾਨੂੰ ਲੱਗਦਾ ਨਹੀਂ ਉਸ ਟਾਈਮ ਜਿਹੜੀ ਪਾਰਟੀ ਦੇ ਵਿੱਚ ਅਨਿਲ ਜੋਸ਼ੀ ਦੀ ਦੂਰੀਆਂ ਜਿਹੜੀ ਹੈ ਆਪਣੇ ਲੀਡਰਾਂ ਤੋਂ ਵਧੀਆਂ? ਨਹੀਂ, ਕੋਈ ਦੂਰੀਆਂ ਨਹੀਂ ਵਧੀਆਂ ਸੀ ਜੀ, ਉਦੋਂ ਠੀਕ ਸੀ, ਸਭ ਕੁਝ ਕੰਮ ਕਾਜ ਚੱਲ ਰਿਹਾ। ਬਟ ਜੇ ਤੁਸੀਂ ਸ਼ਵੇਤ ਮਲਿਕ ਜੀ ਦੀ ਗੱਲ ਕਰਦੇ ਜੇ, ਅਸੀਂ ਉਹ ਜਿਹੜਾ ਬੰਦਾ ਕੌਂਸਲਰ ਦੀ ਇਲੈਕਸ਼ਨ ਨਹੀਂ ਲੜ ਸਕਦਾ, ਉਹਨੂੰ ਚੁੱਕ ਕੇ ਰਾਜ ਸਭਾ ਦਾ ਮੈਂਬਰ ਬਣਾਤਾ, ਔਰ ਉਹ ਨਾਰਥ ਕੀ ਲੜ ਲੂਗਾ? ਮੈਨੂੰ ਇੱਕ ਵਾਰੀ ਦੱਸ ਦੇ
ਕਿ ਕਿੰਨੀਆਂ ਟੋਟਲ ਵਾਰਡਾਂ ਵਾ ਤੇ ਕਿੰਨੇ ਬੂਥ ਵਾ ਤੇ ਕਿਹੜੇ ਐਸਸੀ ਬੂਥ ਵਾ ਤੇ ਕਿਹੜੇ BC ਵਾ ਤਾਂ ਕਿਹੜੇ ਕਿੱਥੇ ਜਨਰਲ ਰਹਿੰਦੇ ਆ। ਉਹ ਫੇਲ ਲੀਡਰ ਆ, ਉਹ ਕੁਰਸੀਆਂ ਤੇ ਬਹਿਣ ਵਾਲੇ ਆ, ਉਹਨਾਂ ਨੂੰ ਕੁਛ ਪਤਾ ਨਹੀਂ ਗਰਾਊਂਡ ਬਾਰੇ ਪਤਾ ਵਾ ਤਾਂ ਬਸ ਅਨਿਲ ਜੋਸ਼ੀ ਨੇ, ਕਿਉਂਕਿ ਉਹਨੇ ਹਾਰਡ ਵਰਕ ਕੀਤਾ ਵਾ, ਆਪ ਕੰਮ ਕੀਤਾ ਵਾ, ਖੇਤਾਂ 'ਚ ਕੰਮ ਕੀਤਾ ਵਾ। ਤਰਨਤਾਰਨ ਜਿੱਥੇ ਬੰਜਰ ਜ਼ਮੀਨ ਸੀ, ਮੈਂ ਕਹਿੰਦਾ ਸੀ ਇੱਕ ਸੀਟ ਨਹੀਂ ਸੀ ਮਿਲਦੀ, ਉੱਥੇ 9 ਸੀਟਾਂ ਅਨਿਲ ਜੋਸ਼ੀ ਉਹਨਾਂ ਨੇ ਜਿਤਾਈਆਂ ਭਾਰਤੀ ਜਨਤਾ ਪਾਰਟੀ ਤੋਂ। ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ, ਜੂਨੀਅਰ ਡਿਪਟੀ ਮੇਅਰ, ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਜਿਹੜਾ ਅਕਾਲੀ ਦਲ ਦੇ ਖਾਤੇ ਸੀ, ਉਹ ਵੀ ਖੋ ਕੇ ਪਾਰਟੀ ਦੇ ਹੱਕ 'ਚ। ਜੇ ਆਂਦੇ ਆ ਪਾਰਟੀ ਦਾ ਕੰਮ ਨਹੀਂ ਕੀਤਾ, ਇਹ ਕੰਮ ਨਹੀਂ ਆ ਕਿ ਆਪਣਾ ਇੰਨਾ ਜ਼ਿਆਦਾ ਵਰਕ ਕਰ ਲਏ, ਬਟਾਲੇ ਵੀ ਕੀਤਾ ਕੰਮ, ਸਾਰੇ ਪੰਜਾਬ 'ਚ ਇਹਨਾਂ ਨੇ ਐਡੀ ਲੰਮੀ ਲਾਈਨ ਖਿੱਚੀ ਆ ਵਿਕਾਸ ਦੀ। ਉਹ ਕੀ ਗੱਲ ਕੰਮ ਨਹੀਂ ਆ? ਉਹ ਪਾਰਟੀ ਨਾਲ ਅੱਜ ਵੀ ਕਿੱਥੋਂ ਦੇ ਲੋਕ ਅਨਿਲ ਜੋਸ਼ੀ ਨਾਲ ਜੁੜੇ ਆ। 2014 ਦੀ ਗੱਲ ਕਰਾਂ, ਲੋਕ ਸਭਾ ਇਲੈਕਸ਼ਨ ਦੇ ਵਿੱਚ ਤੇ ਇੱਕ ਗੱਲ ਹੋਰ ਨਿਕਲ ਕੇ ਆਈ ਸੀ ਕਿ ਅਨਿਲ ਜੋਸ਼ੀ ਉਹਨਾਂ ਨੇ ਕਿਹਾ ਸੀ ਅਰੁਣ ਜੇਤਲੀ ਨੂੰ ਕਿ ਤੁਸੀਂ ਫਾਰਮ ਭਰ ਕੇ ਪਰਚਾ ਭਰ ਕੇ ਜਿਹੜਾ ਇਲੈਕਸ਼ਨ ਦਾ ਅੱਗੋਂ ਚਲੇ ਜਾਓ, ਜਿੱਤ ਅਸੀਂ ਹਾਸਲ ਕਰਾ ਦਾਂਗੇ। ਉਸ ਤੋਂ ਬਾਅਦ 2019 ਦੇ ਵਿੱਚ ਜਦੋਂ ਹਰਦੀਪ ਸਿੰਘ ਪੁਰੀ ਆਈ, ਉਸ ਟਾਈਮ ਵੀ ਅਨਿਲ ਜੋਸ਼ੀ ਨੇ ਕਿਹਾ ਸੀ ਕਿ ਇਸ ਵਾਰ ਮੈਂ ਆਪਣੇ ਹਲਕੇ ਦੇ ਵਿੱਚੋਂ ਜਿਹੜੀ ਡਬਲ ਮਾਰਜਨ ਜਿਹੜੀ ਵੋਟ ਹੈਗੀ ਹੈ ਉਹਨੂੰ ਉਹ ਤੋਂ ਜਿੱਤ ਤੁਹਾਨੂੰ ਦਿਵਾਵਾਂਗਾ, ਵੱਡੀ ਲੀਡ ਜਿਹੜੀ ਦਿਵਾਵਾਂਗਾ। ਦੋਨੋਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਲਗਾਤਾਰ ਇਹ ਵੀ ਕਹਿਣਾ ਪਿਆ ਕਿ ਉਹ ਆਪਣੇ ਘਰ ਦਾ ਬੂਥ ਵੀ ਹਾਰ ਗਏ। ਬਿਲਕੁਲ, ਇਹ ਤੁਹਾਡੀ ਗੱਲ ਠੀਕ ਆ ਕਿ ਅਨਿਲ ਜੋਸ਼ੀ ਉਹਨਾਂ ਨੇ ਕਿਹਾ ਸੀ ਕਿ ਇੱਥੇ ਜੇਟਲੀ ਸਾਹਿਬ ਤੁਸੀਂ ਆ ਜਾਓ ਤੇ ਤੁਸੀਂ ਜਿਹੜਾ ਵਾ ਉਹ ਆਣ ਕੇ ਕਾਗਜ਼ ਭਰ ਜਾਓ ਤੇ ਅਸੀਂ ਆਪੇ ਇਲੈਕਸ਼ਨ ਜਿਤਾ ਦਾਂਗੇ। ਬਟ ਉਦੋਂ ਨਾਲ ਬਿਕਰਮਜੀਤ ਸਿੰਘ ਮਜੀਠਾ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਹੋਰ ਵੱਡੇ ਲੀਡਰ ਨਾਲ ਗਏ ਸੀ, ਉਹਨਾਂ ਨੇ ਵੀ ਬੇਨਤੀ ਕੀਤੀ ਸੀ। ਪਰ ਜੇ ਸਾਰਾ ਸ਼ਹਿਰ ਟੋਟਲ ਹਾਰੇ ਸੀ ਆਪਾਂ, ਚਾਰੋਂ ਦੀਆਂ ਚਾਰਾਂ ਸੀਟਾਂ ਜੇਟਲੀ ਸਾਹਿਬ ਵੇਲੇ, ਔਰ ਨਾਰਥ ਫਿਰ ਵੀ ਸਭ ਨੂੰ ਘੱਟ ਮੇਰਾ ਖਿਆਲ 2000 ਦੇ ਲਾਗੇ ਇਲੈਕਸ਼ਨ ਹਾਰੇ ਸੀ। ਔਰ ਜੇ ਜ਼ਿਆਦਾ ਸਾਨੂੰ ਮਤਲਬ ਘਾਟਾ ਵੱਜਾ ਵਾ ਤਾਂ ਉਹ ਅਕਾਲੀ ਦਲ ਵੱਲੋਂ ਵੱਜਾ ਵਾ। ਸਾਡੀ ਜਿਹੜੀ ਵੋਟ ਆ ਉਹ ਭਾਰਤੀ ਜਨਤਾ ਪਾਰਟੀ ਦੀ, ਜਾਂ ਨਾਰਥ 'ਚ ਅਨਿਲ ਜੋਸ਼ੀ ਦੀ ਕਹਿ ਲਓ, ਉਹ ਵੋਟ ਜੇਟਲੀ ਸਾਹਿਬ ਨੂੰ ਪਈ ਆ। ਬਾਕੀ ਪੁਰੀ ਸਾਹਿਬ ਦੀ ਗੱਲ, ਉਦੋਂ ਤੇ ਹਾਰੇ ਹੀ 1300 ਵੋਟ ਤੇ ਆ ਸਾਰਾ ਹੈ। ਜੇ ਉਦੋਂ ਵੀ ਆ ਬਿਕਰਮਜੀਤ ਸਿੰਘ ਮਜੀਠੀਆ ਜੀ ਉੱਥੇ ਨਾ ਜਾਂਦੇ ਭੈਣ ਆਪਣੀ ਨੂੰ ਜਿਤਾਉਣ ਲਈ, ਬੀਬਾ ਜੀ ਨੂੰ, ਤੇ ਇੱਥੇ ਜਿਹੜੇ ਆ ਉਹ ਜਿੱਤੇ ਪਏ ਸੀ। ਉਦੋਂ ਵੀ ਅਕਾਲੀ ਦਲ ਨੇ ਕੋਈ ਸਾਡਾ ਬਹੁਤ ਸਮਰਥਨ ਨਹੀਂ ਕੀਤਾ। ਹਾਲਾਂਕਿ ਅਕਾਲੀ ਦਲ ਨੇ ਤੁਹਾਡਾ ਸਮਰਥਨ ਨਹੀਂ ਕੀਤਾ, ਪਰ ਬੀਜੇਪੀ ਵਾਲੇ ਨੇ ਵੀ ਤੁਹਾਡਾ ਸਮਰਥਨ ਨਹੀਂ ਕੀਤਾ, ਜੋ ਲਗਾਤਾਰ ਕਿਹਾ ਜਾ ਰਿਹਾ 3 ਇਲੈਕਸ਼ਨ ਹਾਰੇ ਆ। ਲੋਕੀ ਕਈ ਵਾਰ ਸੋਚਦੇ ਕਿ 3 ਇਲੈਕਸ਼ਨ ਕਿਹੜੀ, ਜੇ ਗੱਲ ਕਰਾਂ 2017 ਵਿਧਾਨ ਸਭਾ ਦੀ ਆਪਣੀ ਗੱਲ, ਤੇ 2014 ਲੋਕ ਸਭਾ ਤੇ 2019 3 ਇਲੈਕਸ਼ਨ ਹਾਰੇ ਆ। ਜੇਕਰ ਅਕਾਲੀ ਦਲ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਜਿਹੜੇ ਬੀਜੇਪੀ ਵਾਲੇ ਤੁਹਾਡੇ ਸੀਗੇ ਉਹਨਾਂ ਨੇ ਵੀ ਤੇ ਨਹੀਂ ਸਾਥ ਦਿੱਤਾ, ਉਹ ਵੀ ਤੇ ਇੱਕ ਮੁੱਖ ਕਾਰਨ ਸੀਗਾ ਹਾਰ ਦਾ। ਉਮੀ ਜੀ ਇਸ ਤਰ੍ਹਾਂ ਕਿ ਵੇਖੋ, ਜਿਹੜੀ ਆਪਣੀ ਇਲੈਕਸ਼ਨ ਆ ਨਾ ਉਹ ਆਪਣੀ ਹੁੰਦੀ ਹੈ। 3 ਇਲੈਕਸ਼ਨਾਂ ਭਾਈ ਨੇ ਲੜੀਆਂ ਅਨਿਲ ਜੋਸ਼ੀ ਜੀ ਨੇ, ਤਿੰਨਾਂ 'ਚੋਂ 2 ਇਲੈਕਸ਼ਨਾਂ ਬੜੀ ਭਾਰੀ ਬਹੁਮਤ ਨਾਲ ਜਿੱਤੀਆਂ, 20,000 ਦੇ ਪਲੱਸ। ਔਰ ਜਿਹੜੀ ਆ ਇਹ ਇਲੈਕਸ਼ਨ ਹਾਰ ਦਾ ਜੇ ਸਾਹਮਣਾ ਕਰਨਾ ਪਿਆ ਕਿ ਉੱਤੋਂ ਸਰਕਾਰ ਦੇ ਹੀ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਵਿਰੋਧ ਸੀ, ਸੁਖਬੀਰ ਸਿੰਘ ਬਾਦਲ ਦਾ ਤੇ ਮਜੀਠੀਆ ਸਾਹਿਬ ਦਾ ਵਿਰੋਧ ਸੀ। ਔਰ ਨਾਲ ਦੀ ਨਾਲ ਜੇ ਮੈਂ ਇਹ ਕਹਾਂ ਕਿ 10 ਸਾਲ ਸਰਕਾਰ ਚੱਲਣ ਦਾ ਕਰਕੇ ਉਸ ਤੋਂ ਬਾਅਦ ਆਟੋਮੈਟਿਕਲੀ ਲੋਕਾਂ ਦਾ ਬਹੁਤ ਵਿਰੋਧ ਹੋ ਚੁੱਕਾ ਸੀ। ਇਸ ਕਰਕੇ ਵੀ ਜਿਹੜਾ ਇਹਨਾਂ ਨੂੰ ਹਾਰ ਦਾ ਸਾਹਮਣਾ ਪਿਆ। ਰਹੀ ਗੱਲ ਪੁਰੀ ਸਾਹਿਬ ਦੀ ਤੇ ਜੇਟਲੀ ਸਾਹਿਬ ਦੀ, ਉਹਨਾਂ ਨੇ ਜਿਹੜੀ ਹੈ ਨਾ ਉਹ ਮੈਨ ਨੂੰ ਵੋਟ ਪੈਂਦੀ ਆ, ਕਿਉਂਕਿ ਕੈਪਟਨ ਸਾਹਿਬ ਵੇਲੇ ਚਿਹਰਾ ਆ ਗਿਆ ਸਿੱਖ ਚਿਹਰਾ। ਲੋਕ ਜਿਹੜੇ ਆ ਬਹੁਤ ਸਾਰੇ ਸਿੱਖ ਚਿਹਰੇ ਨੂੰ ਪਸੰਦ ਕਰਨ ਲੱਗ ਪਏ, ਕਿਉਂਕਿ ਅੰਮ੍ਰਿਤਸਰ 'ਚ ਤੁਹਾਨੂੰ ਪਤਾ ਹੀ ਆ ਹਿੰਦੂ ਵੋਟ ਘੱਟ ਵਾ, ਸਿੱਖ ਜ਼ਿਆਦਾ ਵਾ। ਉਹ ਸਿੱਖ ਹਿੰਦੂ ਭਾਈਚਾਰੇ 'ਚ ਵੰਡਣ ਕਰਕੇ ਜੇਟਲੀ ਸਾਹਿਬ ਜਿਹੜੇ ਆ ਉਹਦੇ ਬਲੀ ਦੇ ਬੱਕਰੇ ਬਣੇ ਆ। ਬਾਕੀ ਪੁਰੀ ਸਾਹਿਬ ਉਦੋਂ ਵੀ ਸਰਕਾਰ ਇਹਨਾਂ ਦੀ ਸੀ, ਕਾਂਗਰਸ ਦੀ ਸੀ, ਇਹਨਾਂ ਧੱਕਾ ਕਰਕੇ ਇਲੈਕਸ਼ਨ ਜਿੱਤ। ਪਰ ਤੁਸੀਂ ਗੱਲ ਕੀਤੀ ਹੈ ਕਿ ਵੀ ਹਾਰ ਦਾ ਸਾਹਮਣਾ ਕਰ ਅਨਿਲ ਜੋਸ਼ੀ ਉਹਨਾਂ ਨੂੰ ਤੇ ਵਿਕਾਸ ਪੁਰਸ਼ ਕਿਹਾ ਜਾਂਦਾ ਸੀ, ਫਿਰ ਉਹਨਾਂ ਨੂੰ ਕਿਉਂ ਹਾਰਨ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਉਹਨਾਂ ਦੀ ਆਪਣੀ ਟੀਮ ਜਿਹੜੀ ਹੁੰਦੀ ਹੈ, ਆਪਣੇ ਹੱਥ ਹੁੰਦੇ ਆ, ਉਹ ਕਾਉਂਸਲਰ ਹੁੰਦੇ ਆ। ਕਿਹੜੇ ਕਾਉਂਸਲਰ ਸੀਗੇ ਜਿਹੜੇ ਉਹਨਾਂ ਦੇ ਵਿਰੋਧ ਤੇ ਚੱਲੇ, ਜਾਂ ਕਿਹੜੇ ਬੀਜੇਪੀ ਦੇ ਲੀਡਰ ਸੀ ਜਿਨ੍ਹਾਂ ਨੇ ਉਹਦੇ ਹਾਰ ਦਾ ਮੁੱਖ ਕਾਰਨ ਗਿਣਿਆ ਗਿਆ? ਇਸ ਤਰ੍ਹਾਂ ਸੀ ਕਿ ਜਿਹੜੇ ਕੁਛ ਚਿਹਰੇ ਹੁੰਦੇ ਆ ਨਾ, ਜਿਹੜੇ ਨਾਲ ਰਹਿ ਕੇ ਜਿਹੜੇ ਸਾਹਮਣੇ ਹੁੰਦੇ ਆ, ਉਹਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਇਲੈਕਸ਼ਨ ਲੜਦੇ ਆ। ਜਿਹੜੇ ਨਾਲ ਚੱਲ ਕੇ ਪਿੱਠ 'ਚ ਛੁਰਾ ਮਾਰਦੇ ਆ, ਸਭ ਨੂੰ ਮਾੜੇ ਉਹ ਹੁੰਦੇ ਆ। ਔਰ ਸਾਡੇ 3 ਕੌਂਸਲਰ 4 ਦੇ ਲਗਭਗ ਸਾਨੂੰ ਜਿਹੜਾ ਛੁਰਾ ਮਾਰਿਆ, ਮੈਂ ਇੱਕ ਤਾਂ ਪੱਪੂ ਮਹਾਜਨ ਦਾ ਸਿੱਧਾ ਨਾਮ ਲੈਣਾ, ਇੱਕ ਗੌਤਮ ਅਰੋੜਾ ਜੀ ਆ ਸਾਡੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਆ, ਇੱਕ ਸ਼ੈਲਾ ਜੀ ਆ ਜ਼ਿਲ੍ਹਾ ਯੁਵਾ ਮੋਰਚਾ ਦੇ
ਜ਼ਿਲ੍ਹਾ ਪ੍ਰਧਾਨ ਰਹੇ ਆ। ਹਾਂ, ਔਰ ਉਹਨਾਂ ਦੀ ਵਾਈਫ ਕੌਂਸਲ ਰਹੀ ਆ। ਉਹਨਾਂ ਦਾ ਸੁਭਾਸ਼ ਜੀ ਜਿਹੜੇ ਆ ਉਹ ਜਨਰਲ ਸੈਕਟਰੀ ਆ ਪੰਜਾਬ। ਇਹਨਾਂ ਸਾਰੇ ਲੋਕਾਂ ਨੇ ਸਾਡਾ ਵਿਰੋਧ ਕੀਤਾ। ਓਪਨ ਤਾਂ ਨਹੀਂ ਸੀ ਕਰ ਸਕਦੇ, ਨਾਲ ਚੱਲ ਕੇ ਵਿਰੋਧ ਕੀਤਾ। 2 ਕੌਂਸਲਰ ਹੋਰ ਹੈਗੇ, ਬਟ ਮੈਂ ਨਾਂ ਨਹੀਂ ਲੈ ਸਕਦਾ ਉਹਨਾਂ ਦਾ। ਔਰ ਅਕਾਲੀ ਦਲ ਦੇ ਜਿਹੜੇ ਕੌਂਸਲਰ ਸੀ ਉਹਨਾਂ ਨੇ ਵੀ ਸਾਡਾ ਵਿਰੋਧ ਕਰਕੇ, ਇਸ ਕਰਕੇ ਅਸੀਂ ਇਲੈਕਸ਼ਨ ਹਾਰੇ ਹਾਂ, ਨਹੀਂ ਤੇ ਅਸੀਂ ਇਲੈਕਸ਼ਨ ਨਹੀਂ ਸੀ ਹਾਰੇ। ਨਵਜੋਤ ਸਿੰਘ ਸਿੱਧੂ ਦੇ ਨਾਲ ਜਦੋਂ ਅਨਿਲ ਜੋਸ਼ੀ ਦੀ ਦੂਰੀਆਂ ਵਧੀ ਤਾਂ ਉਸ ਟਾਈਮ ਤੇ ਵਿਕਰਮ ਮਜੀਠੀਆ ਨਾਲ ਤਾਂ ਉਹਨਾਂ ਦਾ ਪਿਆਰ ਜਿਹੜਾ ਲੋਕਾਂ ਦੇ ਵਿੱਚ ਨਜ਼ਰ ਵੀ ਆ ਰਿਹਾ ਸੀ ਔਰ ਦੇਖਿਆ ਵੀ ਜਾ ਰਿਹਾ ਸੀ। ਉਹ ਤੇ ਪਾਰਟੀ ਦਾ ਕਰਕੇ ਜਿਹੜਾ ਵਾ ਉਹ ਅਨਿਲ ਜੋਸ਼ੀ ਉਹਨਾਂ ਨੂੰ ਕੋਈ ਦਿਖਾਵੇ ਵਜੋਂ ਹੋਊਗਾ, ਕੋਈ ਮਨੋਂ ਨਹੀਂ ਸੀ ਉਹਨਾਂ ਨੂੰ ਪਿਆਰ। ਕਿਉਂਕਿ ਸ਼ੁਰੂ ਤੋਂ ਹੀ ਅਕਾਲੀ ਦਲ ਸਾਡਾ ਖਾਸ ਕਰਕੇ ਅਨਿਲ ਜੋਸ਼ੀ ਦਾ ਤਾਂ ਵਿਰੋਧ ਹੀ ਕਰਦਾ ਰਿਹਾ। ਪਹਿਲੋਂ ਅਸੀਂ ਬਲਾਕ ਸੰਮਤੀ ਲੜ ਰਹੇ ਸੀ ਦੁਬੁਰਜੀ ਇਲੈਕਸ਼ਨ, ਉੱਥੇ ਮੈਨੂੰ ਹਰਮੀਤ ਸਿੰਘ ਸੰਧੂ ਹੋਣਾ ਨੇ ਚੁਕਾ ਔਰ ਅਨਿਲ ਜੋਸ਼ੀ ਹੋਣਾ ਨੇ ਮੈਨੂੰ ਛਡਾਇਆ। ਔਰ ਉੱਥੇ ਫਿਰ ਸਾਡੀ ਆਮੋ ਸਾਹਮਣੇ ਗੋਲੀ ਚੱਲੀ ਤੇ ਅਨਿਲ ਜੋਸ਼ੀ ਹੋਣਾ ਦੀ ਗੱਡੀ ਸੜੀ। ਉਹ ਬੜੀ ਲੰਮੀ ਗੱਲ ਆ। ਬਾਦਲ ਸਾਹਿਬ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਨਾਲ ਵੀ ਕਾਫੀ ਦੂਰੀਆਂ ਵੱਧ ਗਈਆਂ ਸੀ। ਉਸ ਤੋਂ ਬਾਅਦ ਵੀ ਦੂਰੀਆਂ ਵੱਧ ਗਈਆਂ। ਉਸ ਤੋਂ ਬਾਅਦ ਇਹਨਾਂ ਦੇ ਭਰਾ ਦੇ ਰਾਜਾ ਜੋਸ਼ੀ ਤੇ ਅਕਾਲੀ ਦਲ ਨੇ ਗੋਲੀ ਚਲਾਈ। ਔਰ ਅਸੀਂ ਹੁਣ ਗੋਲੀਆਂ ਥੋੜ੍ਹਾ ਖਾਵਾਂਗੇ ਇਹਨਾਂ ਕੋਲ ਅਸੀਂ ਦਬਕੇ ਥੋੜ੍ਹੀ ਖਾਵਾਂਗੇ। ਅਸੀਂ ਵੀ ਆਪਣੀ ਇੱਜ਼ਤ ਨੂੰ ਬੈਠੇ ਹਾਂ, ਕੋਈ ਸਾਨੂੰ ਚਵਾਨੀ ਦੀ ਕੋਈ ਰਵਾਦਾਰੀ ਨਹੀਂ ਹੈ ਸਾਡੀ। ਇਸ ਕਰਕੇ ਅਸੀਂ ਆਪਣੀ ਇੱਜ਼ਤ ਪਹਿਲੋਂ ਆ, ਬਾਕੀ ਅਹੁਦੇ MLA-ਸ਼ਿਪ ਮੰਤਰੀਸ਼ਿਪ ਇਹ ਆਉਂਦੀ ਜਾਂਦੀ ਰਹਿੰਦੀ। ਰਟੋਲ ਜੀ, ਜੇ ਮੈਂ ਗੱਲ ਕਰਾਂ ਤੁਹਾਡੀ ਟੀਮ ਹੁੰਦੀ ਸੀ, RP ਮੈਨੀ ਵੀ ਹੁੰਦੇ ਸੀ ਜਿਹੜੇ ਅੰਗ ਸੰਗ ਨਾਲ ਰਹੇ। ਜੇਕਰ ਦੂਰੀਆਂ ਵਧੀ ਸੀ ਫਿਰ RP ਮੈਨੀ ਉਹਨੇ ਕਿਉਂ ਅਕਾਲੀ ਦਲ 'ਚ ਚੱਲ ਗਏ? ਕਿਉਂਕਿ ਉਹ ਵੀ ਇੱਕ ਟਾਈਮ ਸੀਗਾ ਜਦੋਂ ਤਰਨਤਾਰਨ ਤੋਂ ਅਨਿਲ ਜੀ, ਲੋਕ ਕਹਿੰਦੇ ਸੀ ਕਿ ਤਰਨਤਾਰਨ ਤੋਂ ਅਨਿਲ ਜੋਸ਼ੀ ਜੀ RP ਮੈਨੀ ਨੂੰ ਲੈ ਕੇ ਆਏ ਤੇ ਇੱਕ ਪਾਰਟੀ ਦੇ ਉੱਚ ਅਹੁਦੇ ਤੇ ਬਿਠਾਇਆ, ਤੇ ਫਿਰ RP ਮੈਨੀ ਜੇ ਇੰਨਾ ਹੀ ਅਕਾਲੀ ਦਲ ਨਾਲ ਦੂਰੀਆਂ ਸੀ ਤੇ ਫਿਰ RP ਮੈਨੀ ਕਿਉਂ ਚਲੇ ਗਏ? ਨਹੀਂ, ਉਹ ਉਹਨਾਂ ਦਾ ਖੁਦ ਦਾ ਫੈਸਲਾ ਵਾ। ਉਹਨਾਂ ਨੇ ਕਿਸੇ ਨਾਲ ਸਲਾਹ ਨਹੀਂ ਕੀਤੀ, ਕਿਸੇ ਸਾਡੇ ਨਾਲ ਨਹੀਂ ਕੀਤੀ, ਨਾ ਕਿਸੇ ਵੀ ਸਾਡੀ ਮਤਲਬ ਟੀਮ ਦੇ ਨਾਲ ਨਹੀਂ ਕੀਤੀ। ਉਹ ਉਹਨਾਂ ਦਾ ਨਿੱਜੀ ਫੈਸਲਾ ਸੀ, ਮੈਂ ਇਹਦੇ ਬਾਰੇ ਨਹੀਂ ਕੁਝ ਕਹਿ ਸਕਦਾ ਜੀ। ਜੇਕਰ ਆਜ਼ਾਦ ਲੜਨ ਦੀ ਗੱਲ ਕੀਤੀ ਤਾਂ ਪੱਪੂ ਮਾਜਨ ਲਗਾਤਾਰ ਚੈਲੰਜ ਕਰ ਰਹੇ ਆ ਅਨਿਲ ਜੋਸ਼ੀ ਨੂੰ ਕਿ ਆਜ਼ਾਦ ਲੜਨ, ਜੇ ਆਜ਼ਾਦ ਉਹ ਜਿੱਤ ਜਾਣ ਤੇ ਮੈਂ ਰਾਜਨੀਤਿਕ ਇਤਿਹਾਸ ਦੇ ਵਿੱਚ ਕਦੀ ਵੀ ਰਾਜਨੀਤੀ ਨਹੀਂ ਕਰਾਂਗਾ। ਮੈਂ ਕਿਹਾ ਅਨਿਲ ਜੋਸ਼ੀ, ਪੱਪੂ ਮਹਾਜਨ ਕਹਿੰਦਾ ਨਾ ਜਿੱਤਣ ਤੇ ਮੈਂ ਰਾਜਨੀਤੀ ਛੱਡ ਦੂੰਗਾ। ਜੇ ਨਾ ਜਿੱਤਣਗੇ ਨਾ ਅਨਿਲ ਜੋਸ਼ੀ ਤੇ ਮੈਂ ਪੱਪੂ ਮਹਾਜਨ ਨੂੰ ਚੈਲੰਜ ਕਰਦਾ ਕਿ ਮੈਂ ਆਪਣੀ ਰਾਜਨੀਤੀ ਵੀ ਛੱਡ ਦੂੰਗਾ। ਮੇਰੀ ਜਿੰਨੀ ਜਾਇਦਾਦ ਆ, ਪੈਲੀ ਆ, ਮੇਰੀਆਂ ਕੋਠੀਆਂ, ਮੈਂ ਸਾਰੀਆਂ ਇਹਦੇ ਨਾਲ ਲਵਾ ਦੂੰਗਾ, ਭਾਵੇਂ ਮੇਰੇ ਕੋਲ ਹੁਣੇ ਐਫੀਡੇਵਿਟ ਲਗਾ ਲੇ। ਔਰ ਅਨਿਲ ਜੋਸ਼ੀ ਹਰ ਹਾਲਤ 'ਚ ਜਿੱਤਣਗੇ, ਕਿਉਂਕਿ ਜਿਹੜਾ ਸੱਚਾ ਬੰਦਾ ਹੁੰਦਾ ਉਹਦਾ ਰੱਬ ਹੁੰਦਾ। ਜੇਕਰ ਅਨਿਲ ਜੋਸ਼ੀ ਹਰ ਹਾਲਤ ਤੁਸੀਂ ਜਿੱਤਣ ਦੀ ਗੱਲ ਕੀਤੀ ਤੇ ਲਗਾਤਾਰ ਪੱਪੂ ਮਾਜਨ ਵੀ ਪਾਰਟੀ, ਉਹਨਾਂ ਨੇ ਕਿਹਾ ਵੀ ਜਿਹੜੀ ਪਾਰਟੀ ਦੀ ਵਿਚਾਰਧਾਰਾ ਤੋਂ ਜਿਹੜੀ ਪਰਾਂ ਅਨਿਲ ਜੋਸ਼ੀ ਗੱਲ ਕਰ ਰਹੇ ਹੈ। ਆਜ਼ਾਦ ਦੀ ਗੱਲ ਕੀਤੀ ਹੈ, ਹਾਲਾਂਕਿ ਹਲੇ ਅਨਿਲ ਜੋਸ਼ੀ ਇਹਨਾਂ ਨੇ ਸਪਸ਼ਟ ਨਹੀਂ ਕੀਤਾ ਕਿ ਉਹ ਪਾਰਟੀ ਤੋਂ ਚਲੇ ਗਏ ਨੇ। ਫਿਰ ਆਜ਼ਾਦ ਦੀ ਗੱਲਾਂ ਕਿਉਂ ਉੱਠਣ ਲੱਗ ਪਈਆਂ ਵਾ? ਉੱਥੋਂ ਤੱਕ ਕਿਹਾ ਜਾ ਰਿਹਾ ਕਿ ਅਨਿਲ ਜੋਸ਼ੀ ਆਪ ਕੀ ਕਹਿ ਰਹੇ ਕਿ ਮੈਂ ਆਜ਼ਾਦ ਲੜਨ ਨੂੰ ਤਿਆਰ ਹੈਗਾ। ਤੁਹਾਨੂੰ ਜ਼ਿਆਦਾ ਪਤਾ ਵਾ ਕਿਉਂਕਿ ਤੁਸੀਂ ਨਾਲ ਰਹਿੰਦੇ ਹੋ। ਕੋਈ ਇਹੋ ਜਿਹੀ ਗੱਲ ਨਹੀਂ। ਜਦੋਂ ਅਜੇ ਉਹ ਪਾਰਟੀ 'ਚ, ਜੋ ਪਾਰਟੀ ਫੈਸਲਾ ਕਰੂਗੀ, ਜੇ ਮੰਨ ਲਓ ਪਾਰਟੀ ਉਹਨਾਂ ਨੂੰ ਕੱਢ ਦਿੰਦੀ ਹੈ ਤਾਂ ਫਿਰ ਅਸੀਂ ਸਾਰੇ ਬਹਿ ਕੇ ਜੋ ਭਾਜੀ ਆਦੇਸ਼ ਸਾਨੂੰ ਕਰਨਗੇ, ਆਰਡਰ ਕਰਨਗੇ, ਅਸੀਂ ਉੱਦਾਂ ਚੱਲਾਂਗੇ। ਸੋ ਮੇਰਾ ਰਟੋਲ ਜੀ ਆਖਰੀ ਸਵਾਲ ਹੈ ਕਿ ਸੁਪਨੇ ਹਲੇ ਅਧੂਰੇ ਆ। ਮਿਸ਼ਨ 2022 ਸੰਕੇਤ ਹੈਗਾ ਕਿ ਇਲੈਕਸ਼ਨ ਤੇ ਲੜਨੀ ਆ ਉਹ ਨੌਰਥ 'ਚੋਂ ਹੀ ਲੜਨੀ ਹੈ, ਕਿਉਂਕਿ ਜਿੱਥੋਂ ਤੱਕ ਅੰਦਾਜ਼ੇ ਲਾਏ ਜਾਂਦੇ ਸੀ ਕਿ ਕਾਂਗਰਸੀ ਸ਼ਾਇਦ ਟਿਕਟ ਤੋਂ ਤਰਨਤਾਰਨ ਵੀ ਜਾ ਸਕਦੇ, ਤੁਸੀਂ ਵੀ ਜ਼ਿਆਦਾ ਜਾਣਦੇ ਹੋ। ਨੌਰਥ ਦੇ ਵਿੱਚੋਂ ਅਕਾਲੀ ਦਲ 'ਚੋਂ ਵੀ ਲੜ ਸਕਦੇ। ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਹੋਣ ਤੋਂ ਬਾਅਦ ਇਹ ਵੀ ਥੋੜ੍ਹੀ ਜਿਹੀ ਜਿਹੜੀ ਗੱਲਾਂ ਹੈਗੀਆਂ ਉਹ ਖਤਮ ਹੋ ਗਈਆਂ। ਆਮ ਆਦਮੀ ਪਾਰਟੀ ਦਾ ਰਸਤਾ ਖੁੱਲਿਆ ਹੀ ਜਾਂ ਖੁੱਲਿਆ ਹੈਗਾ, ਲੇਕਿਨ ਕੁੰਵਰ ਵਿਜੇ ਪ੍ਰਤਾਪ ਦੀ ਵੀ ਵਿੱਚ ਚਰਚਾ ਚੱਲ ਪਈ ਹੈ। ਔਰ ਕੁੰਵਰ ਵਿਜੇ ਪ੍ਰਤਾਪ ਤੇ ਅਨਿਲ ਜੋਸ਼ੀ ਦੇ ਵਿੱਚ ਜਿਹੜਾ ਅੰਕੜਾ ਹੈਗਾ ਉਹ ਸਾਰੇ ਲੋਕਾਂ ਨੂੰ ਪਤਾ ਵਾ। ਅਨਿਲ ਜੋਸ਼ੀ ਟਿਕਟ ਲੜਨਗੇ ਕਿੱਥੇ, ਕਿਹੜੀ ਸਿੰਬਲ ਤੋਂ ਲੜਨਗੇ, ਆਜ਼ਾਦ ਲੜਨਗੇ, ਕੀ ਸੋਚਦੇ ਤੁਸੀਂ? ਵੇਖੋ, ਇਹ ਫੈਸਲਾ ਜਿਹੜਾ ਇਹ ਅਨਿਲ ਜੋਸ਼ੀ ਹੋਣਾ ਨੇ ਲੈਣਾ, ਚਲੋ ਸਾਡੀ ਵੀ ਸਲਾਹ ਲੈਣਗੇ, ਸਾਰੀ ਟੀਮ ਦੀ ਸਲਾਹ ਲੈਣਗੇ। ਸਾਡੇ ਕੌਂਸਲਰ ਵੀਰ ਆ ਜਿਹੜੇ ਹੈ, ਹੋਰ ਜਿਹੜੇ ਆਪਣਾ ਟੀਮ ਹੈ ਸਾਡੀ, ਉਹਨਾਂ ਨਾਲ ਸਲਾਹ ਕਰਨਗੇ। ਜਿਹੋ ਜਿਹਾ ਵੇਖੋ ਅਜੇ ਬੜਾ 8 ਮਹੀਨੇ ਪਏ ਅਜੇ, 8 ਮਹੀਨਿਆਂ 'ਚ ਬੜਾ ਉਲਟ ਫੇਰ ਆਉਣਾ, ਬੜਾ ਕੁਛ ਹੋਣਾ। ਹੁਣ ਕਈ ਕੁਛ ਆਖੀ ਜਾਂਦੇ ਲੋਕੀ, ਸਰਵੇ ਹੋ ਗਿਆ ਜੀ, ਉਹ ਸਰਕਾਰ ਆ ਗਈ, ਆਹ ਸਰਕਾਰ ਆ ਗਈ, ਬਟ ਅਸੀਂ ਹਰ ਹਾਲਤ 'ਚ ਜਿੱਤ ਪ੍ਰਾਪਤ ਕਰਨੀ ਆ, ਵਿਨ ਹੋਣਾ ਵਾ। ਕਿਸੇ ਵੀ ਹੁੱਕ ਐਂਡ ਕਰੁੱਕ ਅਸੀਂ
ਜਿੱਤਣਾ ਅਨਿਲ ਜੋਸ਼ੀ ਨੇ ਜਿੱਤਣਾ। ਮੇਰਾ ਆਖਰੀ ਸਵਾਲ ਹੈ, ਜੇਕਰ ਅਨਿਲ ਜੋਸ਼ੀ ਬੀਜੇਪੀ ਦੇ ਵਿੱਚੋਂ ਟਿਕਟ ਲੈਣ ਦੇ ਵਿੱਚ ਕਾਮਯਾਬ ਹੁੰਦੇ ਜਾਂ ਬੀਜੇਪੀ ਵਾਲੇ ਉਹਨੂੰ ਟਿਕਟ ਦੇਣ ਦੇ ਵਿੱਚ ਕਾਮਯਾਬ ਹੁੰਦੇ ਆ, ਜਿਸ ਤਰ੍ਹਾਂ ਵੀ ਸਮੀਕਰਨ ਬਣੇ ਅਗਰ ਲੜਦੇ ਆ, ਤੇ ਜਿਸ ਤਰ੍ਹਾਂ ਤੁਹਾਡੇ ਵਿਰੋਧੀ ਸੁਰ ਹੈਗੇ ਅੱਜ ਬੀਜੇਪੀ ਨੂੰ ਲੈ ਕੇ, ਜਾਂ ਜਿਸ ਤਰ੍ਹਾਂ ਤੁਹਾਡੇ ਨਾਲ ਸਮਰਥਕ ਹੈਗੇ ਅਨਿਲ ਜੋਸ਼ੀ ਤੋਂ ਬੀਜੇਪੀ, ਕੀ ਬੀਜੇਪੀ ਦਾ ਝੰਡਾ ਫੜਨ ਲਈ ਇੱਕ ਵਾਰ ਫਿਰ ਤੁਸੀਂ ਤਿਆਰ ਹੋ? ਅਸੀਂ ਅਨਿਲ ਜੋਸ਼ੀ ਦੀ ਅਗਵਾਈ 'ਚ ਹਰੇਕ ਝੰਡਾ ਫੜਨ ਨੂੰ ਤਿਆਰ ਹਾਂ ਜੀ। ਕਿਤੇ ਵੀ ਉਹ ਜਿਹੜਾ ਵੀ ਸਾਨੂੰ ਜੋ ਆਦੇਸ਼ ਕਰਨਗੇ ਅਸੀਂ ਤਨ ਮਨ ਧਨ ਨਾਲ ਉਹਨਾਂ ਦੇ ਨਾਲ ਚੱਲ ਕੇ, ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਰੱਥ ਤੇ ਬਹਾ ਕੇ ਅਸੀਂ ਅੱਗੇ ਚੱਲਾਂਗੇ ਉਹਨਾਂ ਦੇ। ਸੋ ਇਹ ਸਨ ਪ੍ਰਭਜੀਤ ਸਿੰਘ ਰਾਠੌਲ, ਜਿਨ੍ਹਾਂ ਨੇ ਕਿਹਾ ਵੀ ਅਨਿਲ ਜੋਸ਼ੀ ਕਿਸੇ ਵੀ ਸਿੰਬਲ ਦੇ ਵਿੱਚ ਅਗਰ ਲੜਦੇ ਆ, ਜਿਹੜੀ ਵੀ ਪਾਰਟੀ ਦਾ ਝੰਡਾ ਫੜਨਾ ਹੀ ਅਨਿਲ ਜੋਸ਼ੀ ਦੇ ਨਾਲ ਆ, ਤੇ ਉਸ ਪਾਰਟੀ ਦਾ ਝੰਡਾ ਬੁਲੰਦ ਕਰਨ ਨੂੰ ਤਿਆਰ ਆ। ਇੱਕ ਹੋਰ ਇਹਨਾਂ ਨੇ ਵੱਡੀ ਗੱਲ ਕਹੀ ਪੱਪੂ ਮਾਜਨ ਨੂੰ, ਖਾਸ ਕਰ ਜਿਸ ਤਰ੍ਹਾਂ ਪੱਪੂ ਮਾਜਨ ਨੇ ਕਿਹਾ ਸੀ ਕਿ ਜੇਕਰ ਅਨਿਲ ਜੋਸ਼ੀ ਆਜ਼ਾਦ ਲੜਨਗੇ, ਜੇ ਜਿੱਤ ਜਾਣਗੇ ਤੇ ਮੈਂ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਰਾਜਨੀਤੀ ਛੱਡ ਦੇਵਾਂਗਾ। ਦੂਸਰੇ ਤਰਫ ਜੇ ਇਹਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ, ਜੇਕਰ ਅਨਿਲ ਜੋਸ਼ੀ ਆਜ਼ਾਦ ਲੜ ਕੇ ਜੇ ਹਾਰ ਜਾਣਗੇ, ਹਾਰ ਜਾਣ ਦੀ ਗੱਲ ਕੀਤੀ, ਜੇ ਹਾਰ ਜਾਣਗੇ ਤੇ ਮੈਂ ਰਾਜਨੀਤੀ ਤੇ ਬਿਲਕੁਲ ਛੱਡ ਦੇਵਾਂਗਾ, ਉਸ ਦੇ ਨਾਲ ਮੈਂ ਆਪਣੀ ਜਾਇਦਾਦ ਜਾਂ ਆਪਣੀ ਹਰ ਇੱਕ ਚੀਜ਼ ਜਿਹੜੀ ਆ ਪੱਪੂ ਮਾਜਨ ਦੇ ਨਾਲ। ਇਹ ਚੈਲੰਜ ਜਿਹੜਾ ਸਾਹਮਣੇ ਨਿਕਲ ਕੇ ਤਰ੍ਹਾਂ ਤਰ੍ਹਾਂ ਦੀ ਜਿਹੜੀ ਰਾਜਨੀਤੀ ਉਹ ਲਗਾਤਾਰ ਜਿਹੜੀ ਨਿਕਲ ਕੇ ਅੰਮ੍ਰਿਤਸਰ ਦੇ ਵਿੱਚ ਆ ਰਹੀ, ਔਰ ਅੰਮ੍ਰਿਤਸਰ ਦੀ ਜਿਹੜੀ ਰਾਜਨੀਤੀ ਉਹ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਭਖਦੀ ਹੀ ਜਾ ਰਹੀ, ਕਿਉਂਕਿ ਰਾਜਨੀਤਿਕ ਮੁੱਦਾ ਜਿਹੜੀ 2022 ਨੂੰ ਸੱਤਾ ਨੂੰ ਲੈ ਕੇ ਜਿਹੜਾ ਰਾਜਨੀਤਿਕ ਜਿਹੜੀ ਗਲਿਆਰਾ ਉਹ ਪੂਰਾ ਗਰਮ ਹੋ ਚੁੱਕਿਆ, ਔਰ ਗਰਮੀ ਦਾ ਮਾਹੌਲ ਜਿਹੜਾ ਅੱਗੇ ਪੂਰਾ ਭਖਣ ਵਾਲਾ ਹੈ। ਤੇ ਇਸੇ ਤਰ੍ਹਾਂ ਜਿਹੜੇ ਨੇਤਾਵਾਂ ਦੇ ਸੂਰ ਆ ਉਹ ਵੀ ਪੂਰੀ ਤਰ੍ਹਾਂ ਜਿਹੜੇ ਗਰਮ ਹੁੰਦੇ ਜਾ ਰਹੇ ਆ, ਤੇ ਅੱਗੇ ਕੀ ਸਮੀਕਰਨ ਹੋਣਗੇ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਤਦ ਤੱਕ ਲਈ ਮੈਂ ਓਮ ਗੁਪਤਾ ਇਸ ਤਰ੍ਹਾਂ ਦੀ ਰਾਜਨੀਤਿਕ ਚਰਚਾ ਲੈ ਕੇ ਹਾਜ਼ਰ ਹੁੰਦਾ ਰਹਾਂਗਾ।